Another types of microphones are carbon microphones. ਕਾਰਬਨ ਮਾਈਕਰੋਫੋਨਸ ਜਿਵੇਂ ਡਾਇਗਰਾਮ 'ਚ ਸ਼ੋ ਕੀਤਾ ਗਿਆ ਇਹ ਟੈਲੀਫੋਨਸ ਦੇ ਵਿੱਚ ਯੂਜ਼ ਹੁੰਦੇ ਸੀਗੇ। ਪੁਰਾਣੇ ਟੈਲੀਫੋਨਸ ਦੇ ਵਿੱਚ ਮੋਸਟਲੀ ਕਾਰਬਨ ਮਾਈਕਰੋਫੋਨਸ ਹੀ ਯੂਜ਼ ਹੁੰਦੇ ਸੀ। ਇਹਨਾਂ ਦਾ ਇੱਕ ਫਾਇਦਾ ਇਹ ਸੀ ਕਿ ਜਿਹੜੇ ਮਾਈਕਰੋਫੋਨਸ ਇਹ ਸਾਊਂਡ ਨੂੰ ਇਲੈਕਟ੍ਰੀਕਲ ਸਿਗਨਲ 'ਚ ਕਨਵਰਟ ਕਰਦੇ ਸੀ ਤਾਂ ਆਪਾਂ ਨੂੰ ਇਹਨਾਂ ਦੇ ਨਾਲ ਐਂਪਲੀਫਾਇਰਸ ਲਗਾਉਣ ਦੀ ਜ਼ਰੂਰਤ ਨਹੀਂ ਸੀ ਪੈਂਦੀ, ਕਿਉਂਕਿ ਜਦੋਂ ਇਲੈਕਟ੍ਰੀਕਲ ਸਿਗਨਲ 'ਚ ਕਨਵਰਟ ਕਰਦੇ ਸੀ ਸਾਊਂਡ ਸਿਗਨਲ ਨੂੰ ਉਹ ਕਾਫੀ ਲਾਰਜ ਸਿਗਨਲ ਹੁੰਦਾ ਸੀ ਔਰ ਐਂਪਲੀਫਾਇਰਸ ਦੀ ਆਪਾਂ ਨੂੰ ਯੂਜ਼ ਨਹੀਂ ਸੀ ਕਰਨਾ ਪੈਂਦਾ। ਕਾਰਬਨ ਮਾਈਕਰੋਫੋਨ ਸਭ ਤੋਂ ਵਧੀਆ ਵਰਕ ਕਰਦੇ ਹੈ ਮੀਡੀਅਮ ਫ੍ਰੀਕੁਐਂਸੀਜ਼ ਦੇ ਲਈ। ਨਾਓ ਮੂਵਿੰਗ ਔਨ ਟੂ ਦਾ ਕੰਸਟਰਕਸ਼ਨ ਆਫ ਕਾਰਬਨ ਮਾਈਕਰੋਫੋਨ। ਕਾਰਬਨ ਮਾਈਕਰੋਫੋਨ ਦੇ ਵਿੱਚ ਪਹਿਲਾ ਪਾਰਟ ਹੈ ਕਾਰਬਨ ਕੈਪਸੂਲ। ਕਾਰਬਨ ਕੈਪਸੂਲ ਦੇ ਵਿੱਚ ਕਾਰਬਨ ਗ੍ਰੈਨਿਊਲਸ ਪ੍ਰੈਜ਼ੈਂਟ ਹੁੰਦੇ ਆ। ਕਾਰਬਨ ਦੇ ਛੋਟੇ ਛੋਟੇ ਪਾਰਟੀਕਲਸ ਪ੍ਰੈਜ਼ੈਂਟ ਹੁੰਦੇ ਆ ਜੋ ਕਿ ਇਹ ਡਾਇਗਰਾਮ ਦੇ ਵਿੱਚ ਡਾਟ ਨਾਲ ਸ਼ੋ ਕੀਤੇ ਗਏ ਹੈ। ਕਾਰਬਨ ਗ੍ਰੈਨਿਊਲਸ ਜਿਸ ਬਾਕਸ ਦੇ ਵਿੱਚ ਪ੍ਰੈਜ਼ੈਂਟ ਹੈ ਉਸ 'ਤੇ ਦੋ ਕੰਟੈਕਟਸ ਹੁੰਦੇ ਆ, ਇੱਕ ਟੌਪ ਐਂਡ ਇੱਕ ਬੋਟਮ ਵਾਲਾ। ਟੌਪ ਵਾਲਾ ਵੀ ਵਾਇਰ ਨਾਲ ਕਨੈਕਟਡ ਹੈ ਐਂਡ ਬੋਟਮ ਵਾਲਾ ਕੰਟੈਕਟ ਜਿਹੜੇ ਹੈ ਉਹ ਵੀ ਕਾਰਬਨ ਕੈਪਸੂਲ ਦੇ ਵਾਇਰ ਨਾਲ ਕਨੈਕਟਡ ਹੈ, ਜਿਵੇਂ ਕਿ ਡਾਇਗਰਾਮ 'ਚ ਸ਼ੋ ਕੀਤੇ ਗਏ ਹੈ। ਜੋ ਬੋਟਮ ਕੰਟੈਕਟ ਹੁੰਦਾ ਹੈ ਉਹ ਫਿਕਸ ਕੰਟੈਕਟ ਹੈ ਔਰ ਉਹ ਮੂਵ ਨਹੀਂ ਕਰ ਸਕਦਾ, ਲੇਕਿਨ ਜੋ ਟੌਪ ਪਲੇਟ ਹੁੰਦੀ ਹੈ ਉਹ ਮੂਵੇਬਲ ਪਲੇਟ ਹੁੰਦੀ ਹੈ ਜੋ ਕਿ ਫਰਦਰ ਕਨੈਕਟਡ ਹੈ ਡਾਇਆਫਰੈਮ ਨਾਲ, ਔਰ ਇਹ ਜਿਹੜੀ ਪਲੇਟ ਹੈ ਇਹ ਮੂਵ ਕਰਦੀ ਰਹਿੰਦੀ ਹੈ। ਸੈਕਿੰਡ ਜੋ ਡਾਇਆਫਰੈਮ ਹੈ, ਡਾਇਆਫਰੈਮ ਜਿਵੇਂ ਆਪਣੇ ਪਿਛਲੇ ਮਾਈਕਰੋਫੋਨਸ ਦੇ ਵਿੱਚ ਸੀ ਥਿਨ ਮੈਟੈਲਿਕ ਜਾਂ ਪਲਾਸਟਿਕ ਪਾਰਟ ਹੁੰਦਾ ਹੈ ਜੋ ਕਿ ਜਿਸ ਨਾਲ ਜਦੋਂ ਸਾਊਂਡ ਟਕਰਾਉਂਦਾ ਹੈ ਉਹ ਡਾਇਆਫਰੈਮ ਮੂਵ ਕਰਦਾ ਹੈ। ਇਸ ਕਰਕੇ ਜਿਵੇਂ ਹੀ ਡਾਇਆਫਰੈਮ ਮੂਵ ਕਰਦਾ ਉਵੇਂ ਹੀ ਆਪਣੀ ਕਾਰਬਨ ਕੈਪਸੂਲ ਦੀ ਟੌਪ ਪਲੇਟ ਜੋ ਹੈ ਉਵੇਂ ਹੀ ਮੂਵ ਕਰਦੀ ਹੈ। ਨੈਕਸਟ ਇਸ ਦੇ ਵਿੱਚ ਹੈ ਪਾਵਰ ਸਪਲਾਈ। ਪਾਵਰ ਸਪਲਾਈ ਜੋ ਇੱਥੇ ਬੈਟਰੀ ਨਾਲ ਇਹ ਸ਼ੋ ਕੀਤੀ ਗਈ ਹੈ। ਪਾਵਰ ਸਪਲਾਈ ਦਾ ਫੰਕਸ਼ਨ ਹੁੰਦਾ ਹੈ ਕਿ ਇਹ ਸਟੈਡੀ ਕਰੰਟ ਇਹ ਸਰਕਿਟ ਦੇ ਵਿੱਚੋਂ ਫਲੋ ਕਰਦਾ ਰਹਿੰਦਾ ਹੈ ਬਿਕੋਜ਼ ਆਫ ਪਾਵਰ ਸਪਲਾਈ। ਐਂਡ ਦਾ ਫੋਰਥ ਪਾਰਟ ਇਜ਼ ਟਰਾਂਸਫਾਰਮਰ। ਟਰਾਂਸਫਾਰਮਰ ਆਪਾਂ ਇਸ ਲਈ ਯੂਜ਼ ਕਰਦੇ ਹਾਂ ਕਿਉਂਕਿ ਜਿਹੜੀ ਆਊਟਪੁੱਟ ਇੰਪੀਡੈਂਸ ਹੈ ਕਾਰਬਨ ਮਾਈਕਰੋਫੋਨ ਦੀ ਉਹ ਬਹੁਤ ਲੋ ਹੁੰਦੀ ਹੈ ਔਰ ਸਿਗਨਲ ਜਦੋਂ ਇੱਕ ਪੋਰਸ਼ਨ ਤੋਂ ਨੈਕਸਟ 'ਤੇ ਆਪਾਂ ਟਰਾਂਸਫਰ ਕਰਨਾ ਹੋਵੇ ਤਾਂ ਆਪਣਾ ਇੰਪੀਡੈਂਸ ਮੈਚਿੰਗ ਹੋਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਇੰਪੀਡੈਂਸ ਨੂੰ ਮੈਚ ਕਰਵਾਉਣ ਲਈ ਸਿਗਨਲ ਇੱਕ ਪੋਰਸ਼ਨ ਤੋਂ ਅਗਲੇ ਤੱਕ ਸਹੀ ਤਰ੍ਹਾਂ ਟਰੈਵਲ ਕਰ ਸਕੇ ਉਹਦੇ ਲਈ ਆਪਾਂ ਟਰਾਂਸਫਾਰਮਰ ਯੂਜ਼ ਕਰਦੇ ਹਾਂ। ਪ੍ਰਿੰਸੀਪਲ ਆਫ ਵਰਕਿੰਗ ਆਫ ਕਾਰਬਨ ਮਾਈਕਰੋਫੋਨ। ਕਾਰਬਨ ਮਾਈਕਰੋਫੋਨ ਜੋ ਬੇਸਿਕ ਪ੍ਰਿੰਸੀਪਲ 'ਤੇ ਵਰਕ ਕਰਦਾ ਹੈ ਉਹ ਇਹ ਹੈ ਕਿ ਕਾਰਬਨ ਗ੍ਰੈਨਿਊਲਸ ਜਿਹੜੇ ਕਿ ਆਪਣੇ ਕਾਰਬਨ ਕੈਪਸੂਲ ਦੇ ਵਿੱਚ ਪ੍ਰੈਜ਼ੈਂਟ ਹੈ ਉਹ ਜਿਵੇਂ ਜਿਵੇਂ ਗ੍ਰੈਨਿਊਲਸ ਮੂਵ ਕਰਦੇ ਨੇ ਉਵੇਂ ਉਵੇਂ ਉਹਨਾਂ ਦੀ ਰੈਜ਼ਿਸਟੈਂਸ ਚੇਂਜ ਹੁੰਦੀ ਹੈ। ਕਾਰਬਨ ਗ੍ਰੈਨਿਊਲਸ ਮੂਵ ਕਿਉਂ ਕਰਦੇ ਹੈ? ਕਿਉਂਕਿ ਜਿਹੜੀ ਟੌਪ ਪਲੇਟ ਹੈ ਕੈਪਸੂਲ ਦੀ ਉਹ ਮੂਵੇਬਲ ਹੈ। ਉਹ ਜਿਵੇਂ ਨੀਚੇ ਨੂੰ ਪ੍ਰੈਸ ਹੁੰਦੀ ਹੈ ਕਾਰਬਨ ਗ੍ਰੈਨਿਊਲਸ ਇੱਕ ਦੂਸਰੇ ਦੇ ਕਲੋਜ਼ ਆ ਜਾਂਦੇ ਆ ਔਰ ਇਹਨਾਂ ਦੀ ਰੈਜ਼ਿਸਟੈਂਸ ਜਿਹੜੀ ਹੈ ਘੱਟ ਹੋ ਜਾਂਦੀ ਹੈ। ਜਿਵੇਂ ਜਿਵੇਂ ਉਹ ਪਲੇਟ ਉੱਪਰ ਨੂੰ ਮੂਵ ਹੁੰਦੀ ਹੈ ਕਾਰਬਨ ਗ੍ਰੈਨਿਊਲਸ ਇੱਕ ਦੂਸਰੇ ਤੋਂ ਦੂਰ ਹੁੰਦੇ ਨੇ ਔਰ ਇਹਨਾਂ ਦੀ ਰੈਜ਼ਿਸਟੈਂਸ ਜਿਹੜੀ ਹੈ ਇਨਕਰੀਜ਼ ਹੋ ਜਾਂਦੀ ਹੈ। ਇਹ ਹੈ ਬੇਸਿਕ ਪ੍ਰਿੰਸੀਪਲ ਆਫ ਵਰਕਿੰਗ ਆਫ ਕਾਰਬਨ ਮਾਈਕਰੋਫੋਨ ਕਿ ਰੈਜ਼ਿਸਟੈਂਸ ਜੋ ਹੈ ਕਾਰਬਨ ਗ੍ਰੈਨਿਊਲਸ ਦੀ ਉਹ ਚੇਂਜ ਹੁੰਦੀ ਰਹਿੰਦੀ ਹੈ। ਇਹ ਪ੍ਰਿੰਸੀਪਲ ਨਾਲ ਕਿਵੇਂ ਦੀ ਵਰਕਿੰਗ ਇਫੈਕਟ ਹੁੰਦੀ ਹੈ ਇਹ ਆਪਾਂ ਦੇਖਦੇ ਹਾਂ ਵਰਕਿੰਗ ਆਫ ਕਾਰਬਨ ਮਾਈਕਰੋਫੋਨ 'ਚ। ਵਰਕਿੰਗ ਆਫ ਕਾਰਬਨ ਮਾਈਕਰੋਫੋਨਸ। ਜਿਵੇਂ ਆਪਾਂ ਨੂੰ ਪਤਾ ਹੈ ਕਿ ਇੱਕ ਬੈਟਰੀ ਪ੍ਰੈਜ਼ੈਂਟ ਹੋਣ ਦੇ ਕਾਰਨ ਕਾਰਬਨ ਮਾਈਕਰੋਫੋਨ ਦੇ ਸਰਕਿਟ ਵਿੱਚੋਂ ਕੰਟੀਨਿਊਸਲੀ ਇੱਕ ਕਰੰਟ ਫਲੋ ਹੁੰਦਾ ਰਹਿੰਦਾ ਹੈ ਔਰ ਉਹ ਕਰੰਟ ਕਾਰਬਨ ਗ੍ਰੈਨਿਊਲਸ ਦੇ ਥਰੂ ਵੀ ਪਾਸ ਹੋ ਕੇ ਜਾਂਦਾ ਤਾਂ ਹੀ ਆਪਣਾ ਇੱਕ ਸਰਕਿਟ ਕੰਪਲੀਟ ਹੁੰਦਾ ਹੈ। ਜਦੋਂ ਆਪਣਾ ਕੋਈ ਸਾਊਂਡ ਡਾਇਆਫਰੈਮ ਨਾਲ ਟਕਰਾਉਂਦਾ ਹੈ ਤਾਂ ਆਪਣਾ ਡਾਇਆਫਰੈਮ ਮੂਵ ਕਰਦਾ ਹੈ ਔਰ ਆਪਣਾ ਡਾਇਆਫਰੈਮ ਜੋ ਹੈ ਕਾਰਬਨ ਕੈਪਸੂਲ ਦੀ ਟੌਪ ਪਲੇਟ ਨਾਲ ਕਨੈਕਟਡ ਹੈ ਔਰ ਉਸੇ ਅਕੋਰਡਿੰਗਲੀ ਆਪਣੀ ਟੌਪ ਪਲੇਟ ਵੀ ਪ੍ਰੈਸ ਹੁੰਦੀ ਹੈ ਨੀਚੇ ਨੂੰ, ਜਾਂ ਜਿਵੇਂ ਡਾਇਗਰਾਮ ਸ਼ੋ ਕੀਤਾ ਗਿਆ ਹੈ ਕਿ ਸਾਈਡ ਨੂੰ ਪ੍ਰੈਸ ਹੁੰਦੀ ਹੈ ਔਰ ਕਾਰਬਨ ਗ੍ਰੈਨਿਊਲਸ ਨੂੰ ਇੱਕ ਦੂਸਰੇ ਦੇ ਕਲੋਜ਼ ਲੈ ਆਉਂਦੀ ਹੈ। ਜਦੋਂ ਕਾਰਬਨ ਗ੍ਰੈਨਿਊਲਸ ਇੱਕ ਦੂਸਰੇ ਦੇ ਕਲੋਜ਼ ਆ ਜਾਂਦੇ ਹੈ ਤਾਂ ਇਹਨਾਂ ਦੀ ਰੈਜ਼ਿਸਟੈਂਸ ਜਿਹੜੀ ਹੈ ਚੇਂਜ ਹੋ ਜਾਂਦੀ ਹੈ। ਜਦੋਂ ਕਾਰਬਨ ਗ੍ਰੈਨਿਊਲਸ ਇੱਕ ਦੂਸਰੇ ਦੇ ਕਲੋਜ਼ ਆਏ ਤਾਂ ਇਹਨਾਂ ਦੀ ਰੈਜ਼ਿਸਟੈਂਸ ਜਿਹੜੀ ਹੈ ਘੱਟ ਹੋ ਜਾਂਦੀ ਹੈ। ਜਦੋਂ ਕਾਰਬਨ ਗ੍ਰੈਨਿਊਲਸ ਦੀ ਰੈਜ਼ਿਸਟੈਂਸ ਘੱਟ ਹੋ ਗਈ ਤਾਂ ਜਿਹੜਾ ਇੱਕ ਕਰੰਟ ਫਲੋ ਕਰ ਰਿਹਾ ਸੀ ਸਰਕਿਟ ਦੇ ਵਿੱਚੋਂ ਉਹ ਕਰੰਟ ਅਕੋਰਡਿੰਗ ਟੂ ਰੈਜ਼ਿਸਟੈਂਸ ਚੇਂਜ ਹੋ ਜਾਏਗਾ। ਉਹ ਕਰੰਟ ਅਗਰ ਰੈਜ਼ਿਸਟੈਂਸ ਘੱਟ ਹੋਈ ਹੈ ਤਾਂ ਕਰੰਟ ਇਨਕਰੀਜ਼ ਹੋ ਜਾਏਗਾ। ਸੋ ਇਹ ਬੇਸਿਕ ਫੰਕਸ਼ਨ ਹੈ ਜਿਸ ਤਰ੍ਹਾਂ ਕਾਰਬਨ ਮਾਈਕਰੋਫੋਨ ਸਾਊਂਡ ਨੂੰ ਇਲੈਕਟ੍ਰੀਕਲ ਸਿਗਨਲ 'ਚ ਕਨਵਰਟ ਕਰਦਾ ਹੈ।
क्योंकि जिमें जिमें अपना साउंड आएगा उस अकॉर्डिंगली अपना डायफ्रैम मूव करेगा, उवें ही डायफ्रैम ਦੇ ਨਾਲ टॉप प्लेट मूव करेगी और उस अकॉर्डिंगली कार्बन ग्रैन्यूल्स ये कंप्रैस ਜਾਂ एक दूसरे तो दूर होणगे। जिमें डायग्राम शो किया गया है, ਜਦੋਂ कार्बन ग्रैन्यूल्स एक दूसरे के क्लोज आए रजिस्टेंस घट हुई और रैड लाइनस नाल जो शो किया गया है कि करंट इनक्रीज हो गया। सो अकॉर्डिंगली साउंड प्रैशर या साउंड वेरीएशनस के अकॉर्डिंगली अपना आउटपुट इलैक्ट्रिकल सिग्नल भी उवें ही चेंज होंदा रहेगा। ये है बेसिक वर्किंग ऑफ कार्बन माइक्रोफोन। यही इलैक्ट्रिकल सिग्नल अगे आपां ट्रांसफार्मर नूं सेंड कर दिंदे आ, जो कि इंपीडेंस मैचिंग करके अपना सिग्नल अगे होर सब सिस्टम्स नूं सेंड कर दिंदा है। एडवांटेजेस, डिसएडवांटेजेस एंड एप्लीकेशंस ऑफ कार्बन माइक्रोफोन। एडवांटेजेस आर, फस्ट इज़ एक्सट्रीमली हाई आउटपुट। जिवें पहला पढ़िया सी कि ਇਹਦੀ आउटपुट ਜਿਹੜੀ ਹੈ ਉਹ ਕਾफ़ी ਹਾਈ ਵੈਲਿਊ ਦੀ ਹੁੰਦੀ ਹੈ, ਇਸ ਕਰਕੇ ਆਪਾਂ ਨੂੰ ਐਂਪਲੀਫਾਇਰ ਲਗਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ, ਆਪਾਂ ਡਾਇਰੈਕਟਲੀ ਇਹਦੀ ਆउटपुट ਅੱਗੇ ਫਾਰਵਰਡ ਕਰ ਦਿੰਦੇ ਹਾਂ ਜਿਹੜੇ ਸਿਸਟਮ ਨੂੰ ਵੀ ਅੱਗੇ ਭੇਜਣੀ ਹੁੰਦੀ ਹੈ। ਸੈਕੰਡ ਇਜ਼ ਲਾਈਟ ਵੇਟ। ਇਹ ਮਾਈਕਰੋਫੋਨਸ ਕਾफ़ी ਲਾਈਟ ਵੇਟ ਹੁੰਦੇ ਆ, ਇਸੇ ਕਰਕੇ ਫੋਨਸ ਦੇ ਵਿੱਚ ਵੀ ਮੋਸਟਲੀ ਆਪਾਂ ਯੂਜ਼ ਕੀਤੇ ਜਾਂਦੇ ਸੀ ਇਹਦੇ ਲਾਈਟ ਵੇਟ ਹੋਣ ਦੇ ਕਾਰਨ ਹੀ। थर्ड इज़ ਸਮੋਲ ਸਾਈਜ਼। ਸਾਈਜ਼ ਇਹ ਮਾਈਕਰੋਫੋਨਸ ਦਾ ਕਾफ़ी ਸਮੋਲ ਹੁੰਦਾ ਹੈ, ਇਸ ਕਰਕੇ ਮੈਨੇਜੇਬਲ ਡਿਵਾਈਸਿਸ ਦੇ ਵਿੱਚ ਈਜ਼ਲੀ ਐਡਜਸਟ ਕਰ ਸਕਦੇ ਹਾਂ, ਕਿਸੇ ਵੀ ਡਿਵਾਈਸ 'ਚ ਇੰਸਰਟ ਕਰ ਸਕਦੇ ਹਾਂ ਸਮੋਲ ਸਾਈਜ਼ ਹੋਣ ਦੇ ਕਾਰਨ। फोर्थ इज़ ਮਕੈਨੀਕਲੀ ਰੋਬਸਟ, ਕਿ ਈਜ਼ਲੀ ਇਹ ਡੈਮੇਜ ਨਹੀਂ ਹੁੰਦੇ, ਰਫ ਹੈਂਡਲਿੰਗ ਥੋੜ੍ਹੀ ਬਹੁਤ ਇਹ ਸਹਿ ਲੈਂਦੇ ਆ, ਸਿੰਪਲ ਹੈਂਡਲਿੰਗ ਦੇ ਨਾਲ ਇਹ ਜਲਦੀ ਡੈਮੇਜ ਨਹੀਂ ਹੁੰਦੇ। then we have disadvantages of carbon microphone। first is continuous hiss sound। ਇਹਦੇ ਵਿੱਚ ਇੱਕ ਥੋੜ੍ਹੀ ਬਹੁਤ ਨੋਇਜ਼ ਆਉਂਦੀ ਰਹਿੰਦੀ ਹੈ ਕੰਟੀਨਿਊਸਲੀ ਜਦੋਂ ਇਹ ਕਨਵਰਜਨ ਚੱਲਦਾ ਹੈ, ਬਿਕੋਜ਼ ਆਫ ਕਾਰਬਨ ਗ੍ਰੈਨਿਊਲਸ, ਉਹਨਾਂ ਕਰਕੇ ਵੀ ਥੋੜ੍ਹੀ ਬਹੁਤ ਨੋਇਜ਼ ਜਿਹੜੀ ਹੈ ਇਹਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਸੈਕਿੰਡ ਇਜ਼ ਹਾਈ ਡਿਸਟੋਰਸ਼ਨ, ਕਿ ਜਿਹੜੀ ਇਹ ਕਨਵਰਜਨ ਹੁੰਦੀ ਹੈ ਸਾਊਂਡ ਟੂ ਇਲੈਕਟ੍ਰੀਕਲ ਸਿਗਨਲ, ਉਸ ਦੇ ਵਿੱਚ ਡਿਸਟੋਰਸ਼ਨ ਪ੍ਰੈਜ਼ੈਂਟ ਹੁੰਦੀ ਹੈ। ਥਰਡ ਇਜ਼ ਨੀਡ ਆਫ ਐਕਸਟਰਨਲ ਵੋਲਟੇਜ ਸੋਰਸ। ਇਹਦੇ ਲਈ, ਇਹਦੀ ਵਰਕਿੰਗ ਲਈ ਆਪਾਂ ਨੂੰ ਇੱਕ ਐਕਸਟਰਨਲ ਵੋਲਟੇਜ ਸੋਰਸ, ਜਿਵੇਂ ਕਿ ਆਪਾਂ ਬੈਟਰੀ ਸ਼ੋ ਕੀਤਾ ਸੀ, ਉਹਦੀ ਜ਼ਰੂਰਤ ਹੁੰਦੀ ਹੈ, ਜੋ ਕਿ ਕਰੰਟ ਨੂੰ ਕੰਟੀਨਿਊਸਲੀ ਸਰਕਟ ਦੇ ਵਿੱਚ ਫਲੋ ਕਰਵਾਉਂਦਾ ਰਹੇ। ਫੋਰਥ ਇਜ਼ ਲਿਮਿਟਿਡ ਫਰੀਕੁਐਂਸੀ ਰਿਸਪੌਂਸ। ਇਹ ਜਿਹੜੇ ਮਾਈਕਰੋਫੋਨਸ ਹੈ ਮੀਡੀਅਮ ਫਰੀਕੁਐਂਸੀ ਲਈ ਬੈਸਟ ਵਰਕ ਕਰਦੇ ਆ, ਲੋ ਔਰ ਹਾਈ ਫਰੀਕੁਐਂਸੀਜ਼ 'ਤੇ ਓਨਾ ਵਧੀਆ ਇਹ ਵਰਕ ਨਹੀਂ ਕਰ ਪਾਉਂਦੇ, ਇਸ ਕਰਕੇ ਇਹਦਾ ਫਰੀਕੁਐਂਸੀ ਰਿਸਪੌਂਸ ਲਿਮਿਟਿਡ ਹੈ ਕੁਛ ਫਰੀਕੁਐਂਸੀਜ਼ ਲਈ ਹੀ। ਦੈਨ ਐਪਲੀਕੇਸ਼ਨਸ ਆਫ ਕਾਰਬਨ ਮਾਈਕਰੋਫੋਨ। ਮੋਸਟ ਕਾਮਨ ਐਪਲੀਕੇਸ਼ਨ ਜੋ ਹੈ ਇਹ ਟੈਲੀਫੋਨਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਸੈਕਿੰਡ ਇਜ਼ ਪੋਰਟੇਬਲ ਰੇਡੀਓ ਸੈਟਸ। ਰੇਡੀਓ ਸੈਟਸ ਜਿਹੜੇ ਆਪਾਂ ਮੂਵ ਕਰ ਸਕਦੇ ਹਾਂ, ਈਜ਼ੀਲੀ ਕਿਤੇ ਲਿਜਾ ਸਕਦੇ ਹਾਂ, ਉਹਨਾਂ ਦੇ ਵਿੱਚ ਇਹ ਯੂਜ਼ ਕੀਤਾ ਜਾਂਦਾ ਹੈ। ਥਰਡ ਇਜ਼ ਇਟ ਇਜ਼ ਯੂਜ਼ਡ ਇਨ ਡਿਫੈਂਸ ਐਪਲੀਕੇਸ਼ਨਸ ਦੇ ਵਿੱਚ ਯੂਜ਼ ਹੁੰਦਾ, ਜਾਂ ਡਿਫੈਂਸ ਅਪਲਾਇੰਸਿਸ, ਜਿਹੜੇ ਡਿਫੈਂਸ ਦੇ ਇਕਵਿਪਮੈਂਟਸ ਹੈ ਉਹਨਾਂ ਦੇ ਵਿੱਚ ਵੀ ਇਹ ਮਾਈਕਰੋਫੋਨ ਜਿਹੜਾ ਹੈ ਕਾਰਬਨ ਮਾਈਕਰੋਫੋਨ ਯੂਜ਼ ਕੀਤਾ ਜਾਂਦਾ ਹੈ।